नेक्स्ट चेक करते हैं। नेक्स्ट की लिखे ए नाउन और प्रोनाउन इन द पोजेसिव केसेस case should not be used sometimes with the nouns such as separation, leave, excuse, mention, report, pardon, cite ਤੇ favor। ਹੁਣ important ਕੀ ਹੈ देखो, if I say your separation, your leave, your excuse, your mention, ਇਹ ਗਲਤ ਹੈ। ਆਪਾਂ ਪੋਜੈਸਿਵ ਕੇਸ ਇਹਨਾਂ ਦੇ ਨਾਲ ਯੂਜ਼ ਨਹੀਂ ਕਰਦੇ। ਆਪਾਂ ਸੈਪਰੇਸ਼ਨ ਫਰੋਮ ਯੂ ਕਹਿ ਸਕਦੇ ਹਾਂ, ਸਪਰੇਸ਼ਨ ਆਫ ਯੂ ਕਹਿ ਸਕਦੇ ਹਾਂ, ਫਰੋਮ ਯੂ ਕਹਿ ਸਕਦੇ ਹਾਂ, ਮੈਂਸ਼ਨ ਆਫ ਯੂ ਕਹਿ ਸਕਦੇ ਹਾਂ, ਐਕਸਕਿਊਜ਼ ਆਫ ਯੂ ਕਹਿ ਸਕਦੇ ਹਾਂ, ਰਿਪੋਰਟ ਆਫ ਯੂ ਕਹਿ ਸਕਦੇ ਹਾਂ, ਸਾਈਟ ਆਫ ਯੂਅਰ ਜਾਂ ਸਾਈਟ ਆਫ ਯੂ ਕਹਿ ਸਕਦੇ ਹਾਂ, ਯੂਅਰ ਫੇਵਰ ਨਹੀਂ, ਫੇਵਰ ਆਫ ਯੂ ਕਹਿ ਸਕਦੇ ਹਾਂ। देखो, if I say your separation is very painful to me, your separation nahi, separation from you is very painful to me। next आ जाता है at his sight the robbers fled। ठीक है, at his sight, his sight ना, at the sight of him, ठीक है, the robbers ਫਲੀਟ। ਹਿਜ਼ ਇਹ ਪੋਜੈਸਿਵ ਹੁੰਦਾ ਹੈ, ਇੱਥੇ ਆਪਾਂ ਪ੍ਰੋਨਾਉਨ ਲਿਖਣਾ ਸੀ ਤੇ ਉਹ ਕੀ ਹੁੰਦਾ ਹੈ, ਹਿਮ। ਆ ਸਮਝ ਪਾ ਰਹੇ ਹੋ ਕਿ ਨਹੀਂ? ਜਿੱਦਾਂ ਯੂਅਰ ਨਹੀਂ ਲਿਖਣਾ ਸੀ, ਇੱਥੇ ਕੀ ਲਿਖਣਾ ਸੀ, ਯੂ। ਠੀਕ ਹੈ, ਸਾਈਟ ਹੋ ਗਿਆ, ਜਾਂ ਆਈ ਬੈਗ ਯੂਅਰ ਫੇਵਰ, ਗਲਤ ਹੈ ਜੀ। ਠੀਕ ਹੈ, ਮੈਨੂੰ ਕੀ ਲਿਖਣਾ ਚਾਹੀਦਾ ਹੈ, ਆਈ ਬੈਗ ਫੇਵਰ ਆਫ ਯੂ ਜਾਂ ਫਿਰ ਫੇਵਰ ਫਰੋਮ ਯੂ, ਯੂਅਰ ਫੇਵਰ ਨਹੀਂ। ठीक है, सो आ वर्ड्स इस कुछ ये तुसी ध्यान च रखने किहड़े किहड़े मैं दस रहा। सैपरेशन जिहड़े ज़्यादा कॉमनली यूज्ड है, सैपरेशन, पार्डन, साइट, फेवर, मैंशन। ठीक है जी, नहीं हले नहीं, हले बन रही है, अब बन ही रही है। चलिए आगे, ओके नेक्स्ट देखो। अच्छा, शी डिड मेक मेंशन ऑफ यू, ये ठीक है जी, योर मेंशन ऑफ यू इज करेक्ट, करेक्ट। शी डिड मेक मेंशन ऑफ यू। नेक्स्ट है either, neither, each other are used in speaking of two persons or things। फिर जे दो तो ज़्यादा होण ਉਹਦੇ ਲਈ ਆਪਾਂ ਕੀ यूज़ करते हैं, anyone, none, any, one another are used while referring to more than two persons or things। एक एग्जाम्पल लिखते हैं, मैं दसो कि कोई गलती है? Any one of these two roads leads to station। क्या आंसर है? एनीवन नहीं आना, करेक्ट। सो इत्थे की आना फिर, बिल्कुल आइदर या ईदर, ईदर ऑफ दीज टू रोड्स लीड्स टू स्टेशन। क्लियर हो रहा है कि नहीं? अच्छा, जे मैं इत्थे 2 कट के 3 कर दा फिर एनीवन सही है, आइदर नहीं है। कंफ्यूजन तो नहीं? अच्छा, नेक्स्ट देखते हैं। हाँ जी, आह
पिछली स्लाइड। हाँ जी हाँ जी, पूछो पूछो। हाँ देखो, ਜਦੋਂ ਵੀ ਤੁਸੀਂ ਆਈਦਰ ਨਾਈਦਰ ਈਚ ਅਦਰ ਐਨੀਵਨ ਨਨ ਐਨੀਵਨ ਲਿਖੋਗੇ, ਜਿਹੜਾ ਸਬ ਜਿਹੜੀ ਵਰਬ ਹੈ ਨਾ ਉਹ ਹਮੇਸ਼ਾ ਹੀ ਸਿੰਗੂਲਰ ਆਏਗੀ। ਠੀਕ ਹੈ, ਤੁਹਾਨੂੰ ਲੱਗੇਗਾ 3 ਰੋਡਸ ਲਿਖਿਆ ਹੈ, ਇੱਥੇ 10 ਰੋਡਸ ਵੀ ਹੋ ਸਕਦਾ ਹੈ, ਬਟ ਐਨੀਵਨ ਉੱਥੇ ਵਰਬ ਹੀ ਸਿੰਗੂਲਰ ਲਗਾਉਣੀ ਪਏਗੀ ਤੁਹਾਨੂੰ। ਠੀਕ ਹੈ, ਇਹ ਯਾਦ ਰੱਖਣਾ ਹੈ। ਲੀਡਸ ਹੀ ਆਣਾ ਹੈ, ਲੀਡ ਨਹੀਂ ਆਣਾ। ਅੱਛਾ, ਜੇ ਮੈਂ ਇੱਦਾਂ ਲਿਖਦਾ ਮੈਨੂੰ ਦੱਸੋ ਇਹ 'ਚ ਕੋਈ ਗੜਬੜ ਹੈ? ਨਾਈਦਰ ਨਹੀਂ ਆਣਾ ਕਿ ਹੈਵ ਨਹੀਂ ਆਣਾ? ਇਹਦੇ 'ਚ ਬੜੀ ਇਹ 'ਚ ਬਹੁਤ ਸਾਰੀਆਂ ਪ੍ਰੋਬਲਮ ਹੈ। ਇੱਕ ਤਾਂ ਨਾਈਦਰ ਨਹੀਂ ਆਣਾ, ਨੀਦਰ ਨਹੀਂ ਆਣਾ। ਠੀਕ ਹੈ, 5 ਬॉयਜ਼ ਨੇ ਨੀਦਰ ਥੋੜੀ ਲਿਖੋਗੇ ਤੁਸੀਂ, ਉਹ ਤਾਂ 2 ਲਈ ਆਣਾ। ਠੀਕ ਹੈ, ਨਨ। ਠੀਕ ਹੈ ਜੀ, ਕੋਈ ਕਿਸੇ ਨੇ ਵੀ ਨਹੀਂ ਕੀਤਾ, ਤਾਂ ਹੁਣ 2 ਹੁੰਦੇ ਤਾਂ ਆਪਾਂ ਨਾਈਦਰ ਕਹਿ ਦਿੰਦੇ, ਤਾਂ 5-6 ਜਾਣੇ ਤਾਂ ਫਿਰ ਆਪਾਂ ਥੋੜੀ ਨਨ। ਠੀਕ ਹੈ, ਨੋ ਵਨ ਵੀ ਲਿਖ ਸਕਦੇ ਹੋ ਤੁਸੀਂ, ਨਨ। ਠੀਕ ਹੈ ਜੀ, ਨਨ ਆਫ ਦੀਜ਼ 5 ਬॉयਜ਼। ਸਟਿਲ ਇੱਥੇ ਕੀ ਆਣਾ ਹੈ? ਹੈਜ਼। ਤੇ ਸਟਿਲ ਇੱਥੇ ਕੀ ਆਣਾ ਹੈ? ਹਿਜ਼। ਇਹ ਬੜਾ ਇੰਪੋਰਟੈਂਟ ਹੈ, ਇਹਨੂੰ ਲਾਈਟਲੀ ਨਾ ਲਈਓ। ਹਾਂ, ਇਹਨਾਂ ਚੋਂ ਕੱਟਣਾ ਮਿਸਟੇਕ ਇੱਕ ਦੀ ਹੋਏਗੀ, 3 ਦੀਆਂ ਤਾਂ ਨਹੀਂ ਹੋਗੀਆਂ, ਹੋ ਵੀ ਸਕਦੀਆਂ, ਬਟ ਇਹ ਫਿਰ ਪੂਰੇ ਇੱਕ ਸੈਕਸ਼ਨ 'ਚ ਹੀ ਆ ਜਾਣਾ। ਠੀਕ ਹੈ, ਸੋ ਯਾਦ ਰੱਖਣਾ ਹੈ, ਜਦੋਂ ਆਫ ਦਾ ਲਿਖਿਆ ਨਾ, ਆਫ ਦੀਜ਼ ਜਾਂ ਆਫ ਦਾ ਜਾਂ ਆਫ ਦਿਸ, ਉਸ ਤੋਂ ਬਾਅਦ ਇੱਥੇ ਤਾਂ ਪਲੂਰਲ ਆਣਾ ਹੈ, ਬਟ ਪਹਿਲਾਂ ਇੱਥੇ ਮੋਸਟ ਲਾਈਕਲੀ ਜਾਂ ਤਾਂ ਲਿਖਿਆ ਹੋਏਗਾ ਈਚ ਜਾਂ ਐਵਰੀ ਜਾਂ ਆਈਦਰ ਜਾਂ ਨਾਈਦਰ, ਐਨੀਵਨ, ਨਨ। ਤੇ ਫਿਰ ਧਿਆਨ ਰੱਖਣਾ ਇੱਥੇ ਜਿਹੜੀ ਵਰਬ ਹੈ ਉਹ ਕੀ ਜਾਣੀ ਹੈ? ਸਿੰਗੂਲਰ। ਤੇ ਜਿਹੜਾ ਪ੍ਰੋਨਾਊਨ ਹੈ ਉਹ ਵੀ ਕੀ ਜਾਣਾ ਹੈ? ਸਿੰਗੂਲਰ। ਠੀਕ ਹੈ, ਓਕੇ। ਹੋਰ ਤਾਂ ਨਹੀਂ ਕੁਛ ਪੁੱਛਣਾ? ਨੈਕਸਟ ਦੇਖਦੇ ਹਾਂ। ਹੁਣ ਦੇਖੋ, ਇੰਡੀਅਨਸ ਸ਼ੁੱਡ ਨੈਵਰ ਫਾਈਟ ਵਿਦ ਈਚ ਅਦਰ। ਹੁਣ ਇੱਕ ਇੱਥੇ ਚੀਜ਼ ਹੋਰ ਹੈ। ਲੈਟ ਸਪੋਜ਼ ਜੇ ਮੈਂ ਇੱਦਾਂ ਲਿਖਦਾ, ਦੇਖੋ ਰੈਸੀਪ੍ਰੋਕਲ ਪ੍ਰੋਨਾਊਨ ਕੀਤਾ ਹੋਏਗਾ ਤੁਸੀਂ, ਕਿਹੜਾ? ਰੈਸੀਪ੍ਰੋਕਲ। ਉਹ 'ਚ 2 ਪ੍ਰੋਨਾਊਨ ਦਿੱਤੇ ਹੋਗੇ ਤੁਹਾਨੂੰ, ਇੱਕ ਹੋਏਗਾ ਈਚ ਅਦਰ, ਇੱਕ ਹੋਏਗਾ ਵਨ ਅਨਦਰ। ਇਹਨਾਂ ਦੋਨਾਂ 'ਚ ਥੋੜਾ ਡਿਫਰੈਂਸ ਹੁੰਦਾ ਹੈ। ਠੀਕ ਹੈ, ਰੈਸੀਪ੍ਰੋਕਲ ਪ੍ਰੋਨਾਊਨ ਜੇ ਤੁਸੀਂ ਪੜ੍ਹੋਗੇ ਉਹ 'ਚ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਇਹ 2 ਜਣਿਆਂ 'ਚ ਹੁੰਦਾ ਹੈ ਤੇ ਇਹ 3 ਜਾਂ 3 ਤੋਂ ਜ਼ਿਆਦਾ, ਇੱਦਾਂ। ਹੁਣ ਦੱਸੋ, ਜਦੋਂ ਆਪਾਂ ਕਹੀਏ ਇੰਡੀਅਨਸ, ਇਹ ਕੀ ਲੱਗਦਾ ਤੁਹਾਨੂੰ 2 ਹੀ ਜਾਣੇ ਹੋਊਗੇ? ਨਹੀਂ। ਸੋ ਮੈਨੂੰ ਦੱਸੋ ਕਿ ਇਹ 'ਚ ਕੁਛ ਪ੍ਰੋਬਲਮ ਹੈ? ਕਰੈਕਟ। ਸੋ ਈਚ ਅਦਰ ਆਪਾਂ ਯੂਜ਼ ਨਹੀਂ ਕਰ ਸਕਦੇ, ਆਪਾਂ ਨੂੰ ਕੀ ਲਿਖਣਾ ਪਏਗਾ? ਵਨ ਐਨਦਰ। ਮੈਨੂੰ ਦੱਸੋ ਕੋਈ ਕਨਫਿਊਜ਼ਨ ਤਾਂ ਨਹੀਂ? ਸੋ ਆ ਇੰਪੋਰਟੈਂਟ, ਇਹ ਜਦੋਂ ਤੁਸੀਂ ਰੈਸੀਪ੍ਰੋਕਲ ਪ੍ਰੋਨਾਊਨ ਕੀਤਾ ਉਹਦੇ ਬੇਸ ਤੁਹਾਨੂੰ ਉਦੋਂ ਹੀ ਪਤਾ ਲੱਗ ਰਿਹਾ ਵੀ ਇਹ ਗਲਤੀ ਹੈ। ਕਲੀਅਰ ਹੈ? ਨੈਕਸਟ ਦੇਖਦੇ ਹਾਂ। everyone in his eyes anyone of his eyes is defective। ਬੜਾ ਹੀ ਸੌਖਾ ਹੈ, ਦੇਖੋ ਜੀ, ਆਈਜ਼ ਕਿੰਨੀਆਂ ਹੁੰਦੀਆਂ? ਸੋ ਸ਼ਿਵ ਜੀ ਤਾਂ ਨਹੀਂ ਹੋਏਗਾ ਮੋਸਟ ਲਾਈਕਲੀ। ਸੋ 3 4 5 ਇੱਦਾਂ ਤਾਂ ਆਪਾਂ ਕਹਿ ਨਹੀਂ ਸਕਦੇ, 2 ਹੀ ਆਈਜ਼ ਹੁੰਦੀਆਂ, 2 ਤੋਂ ਜ਼ਿਆਦਾ ਤਾਂ ਹੁੰਦੀਆਂ ਨਹੀਂ। ਸੋ ਅੱਛਾ, ਜੇ 2 ਹੀ ਹੈ ਤਾਂ anyone ਤਾਂ ਫਿਰ ਪ੍ਰੋਬਲਮ ਹੋ ਗਈ ਨਾ, ਤਾਂ ਕੀ ਲਿਖਣਾ ਪਏਗਾ? ਆਇਦਰ। ਕਨਫਿਊਜ਼ਨ ਤਾਂ ਨਹੀਂ? ਦੇਖੋ, ਆਈਦਰ ਤੇ ਨਾਈਦਰ ਨਾਲ ਫਰਕ ਕੀ ਪੈ ਜਾਣਾ ਹੈ? ਜੇ ਤਾਂ ਉਹਦੀ ਡਿਫੈਕਟਿਵ ਹੈਗੀ ਹੈ ਕੋਈ ਇੱਕ ਆਈ, ਤਾਂ ਫਿਰ ਆਈਦਰ ਆਫ ਹਿਸ ਆਈ। ਹੁਣ ਮੈਨੂੰ ਨਹੀਂ ਪਤਾ ਕਿਹੜੀ ਹੈ, ਖੱਬੀ ਹੈ ਸੱਜੀ ਹੈ, ਬਟ ਕੋਈ ਨਾ ਕੋਈ ਤਾਂ ਹੈ। ਬਟ ਜੇ ਕੋਈ ਵੀ ਨਹੀਂ ਹੈ, ਜੇ ਨਹੀਂ ਹੈ
मैं कहूँ कोई भी नहीं आएगी, नाइदर ऑफ हिज आई इज डिफेक्टिव। हाँ बिल्कुल, आइदर भी आ सकता है तो नाइदर भी आ सकता है, डिपेंड करता है पॉजिटिव इन्फॉर्मेशन है कि नेगेटिव इन्फॉर्मेशन। ठीक है, अच्छा चलो नेक्स्ट देखते हैं। लिखा है नन ऑफ हिज आर्म्स, हुण आर्म्स कितनी होंदियां, ऑक्टोपस ਦੀਆਂ ਤਾਂ 8 ਹੋ ਸਕਦੀਆਂ ਬਟ ਜਨਰਲੀ ਤਾਂ ਆਪਾਂ ਬੰਦੇ ਦੀਆਂ 2 ਹੀ ਆਰਮਸ ਕੰਸੀਡਰ ਕਰਾਂਗੇ ਤੇ ਫਿਰ ਹੁਣ ਆਪਾਂ ਕੀ ਕਵਾਂਗੇ, ਨਨ ਨਹੀਂ ਆਣਾ, ਨਨ ਹੁੰਦਾ ਜ਼ਿਆਦਾ ਲਈ। ਠੀਕ ਹੈ, ਇਸ ਕਰਕੇ ਆਪਾਂ ਕੀ ਕਵਾਂਗੇ ਇੱਥੇ, ਨਾਈਦਰ ਆਫ ਹਿਜ਼ ਆਰਮਸ ਵਾਸ ਵਾਉਂਡਡ ਇਨ ਦ ਐਕਸੀਡੈਂਟ। ਠੀਕ ਹੈ, ਇੱਥੇ ਹੁਣ ਧਿਆਨ ਰੱਖਣਾ ਹੈ, ਨਨ ਲਿਖਿਆ ਜਾਂ ਐਨੀਮਨ ਲਿਖਿਆ ਉੱਤੇ ਸਿੰਪਲ ਆਈਜ਼ ਲਿਖਿਆ, ਠੀਕ ਹੈ, ਤੇ ਆਰਮਸ ਲਿਖਿਆ, ਉਹ ਸਾਨੂੰ ਪਤਾ ਹੀ ਹੈ ਕਿ ਇਹ 2 ਹੀ ਹੈ। ਸੋ ਇਸ ਕੇਸ ਦੇ ਵਿੱਚ ਸਾਨੂੰ 2 ਤੋਂ ਜ਼ਿਆਦਾ ਹੋ ਨਹੀਂ ਸਕਦੀਆਂ, ਪੋਸੀਬਲ ਨਹੀਂ ਹੈ, ਇਸ ਕਰਕੇ ਆਪਾਂ ਇਹਨੂੰ ਸਿੰਗੂਲਰ ਦੇ ਵਿੱਚ ਹੀ ਕੰਸੀਡਰ ਕਰਾਂਗੇ। ਸੋ ਸੌਰੀ, ਆਈਦਰ ਨਾਈਦਰ ਉਹਦੇ ਵਿੱਚ ਹੀ ਕੰਸੀਡਰ ਕਰਾਂਗੇ। ਅੱਛਾ ਹੁਣ ਨੈਕਸਟ ਕੀ ਹੈ, ਆਈਦਰ ਆਫ ਹਿਜ਼ 4 ਸਨਸ ਹੈਜ਼ ਸੋਲਡ ਹਿਜ਼ ਪ੍ਰੋਪਰਟੀ ਆਫਟਰ ਹਿਜ਼ ਡੈਥ। ਹੁਣ ਇੱਥੇ ਸਨਸ ਕਿੰਨੇ ਹੈ, 4। ਹੁਣ ਦੱਸੋ ਕੀ ਕਲੀਅਰ ਹੋ ਗਿਆ, ਆਪਾਂ ਆਈਦਰ नहीं लिख सकते, कि लिखना पड़ेगा कोई भी एनीवन नहीं, वन अनदर ऑब्जेक्ट की जगह ध्यान है। ठीक है तो क्या आना है, एनीवन। सबजैक्ट जो लिखना है उदों आप वन अनदर नहीं लिखना, वो कि जगह पर होंगे ऑब्जेक्ट की लास्ट में जो आप लिखते हैं उदों लिखते वन अनदर। नेक्स्ट चेक करिए, नेक्स्ट देखो लिखे बोथ शुड बी फॉलोड बाय एंड नॉट बाय एज वेल एज। हुण इत्थे इंपॉर्टेंट की है कि बोथ दे नाल कई सेंटेंसेस दे विच की लिखा हुंदा है एज वेल एज, वो गलत है। बोथ दे नाल हमेशा की आंदा है एंड, बोथ राम एंड श्याम, जे इधर लिखा होएगा बोथ राम एज वेल एज श्याम, वो गलत है। ठीक है, अच्छा तो ध्यान रखना जो सेंटेंस होंगे ना बोथ राम एंड श्याम, ये नेगेटिव सेंटेंस यूज नहीं होना। नेगेटिव दे विच फिर आप यूज करांगे, सॉरी आइदर नहीं, नाइदर या नीदर। ठीक है, ये वर्ड यूज करांगे। जिवें कि एक सेंटेंस देखते हैं, बोथ यू एज वेल एज माई ब्रदर आर गोइंग टू अटेंड हर मैरिज टुमारो। सो बोथ लिखा है, फिर यू दे नाल एज वेल एज माई ब्रदर इदा नहीं लिखांगे, कि लिखांगे बोथ यू एंड माई ब्रदर। सो आप रिप्लेस कर देंगे कि एज वेल एज नूं किहदे नाल, एंड दे नाल। दूसरा ऑप्शन की है, आप कोई एक होर ऑप्शन भी है कि आप बोथ नूं ही एलिमिनेट कर दिए। आ समझ पा रहे हो कि नहीं, बट इत्थे हुण इंपॉर्टेंट ये है कि जो आप एज वेल एज माई ब्रदर लिखांगे, इत्थे यू लिखिया तो जस्टिफाई करता है आर। जे इत्थे लिखिया हुंदा आई एज वेल एज माई ब्रदर, तो फिर मैंने इत्थे की लिखना बनता इज, सॉरी एम, कि लिखना बनता एम। ये पक्का पता है क्लियर कि नहीं, अलॉन्ग विद, टुगैदर विद, इन एडिशन टू। ठीक है, तो एज वेल एज इन्होंने सारे के हिसाब से ध्यान रखना है, अपना जो सबजैक्ट होंगे हमेशा की होंगे स्टार्टिंग में, तो साड़ी जी वर्ब एग्रीमेंट है वो हमेशा कि होंगी है स्टार्टिंग जो दिता हुआ है, वो सिंगुलर है प्लूरल है की है वो अकॉर्डिंगली। चलो इतने तो चलो आर जस्टिफाई कर जाएगा क्योंकि यू लिखा है, बट जो आप इतने कट दिए इतने क्या आ जाएगा एंड, फिर तो प्लूरल ही आना है सिर्फ तो सिर्फ। बट जे इतने बोथ कट दिए फिर यू एज वेल एज माई ब्रदर है, तो फिर इतने जो यू की जगह ही होंदा तो इतने की आ जाना सी इज। आई होप तुहानू क्लियर हो गया। इतने नैक्सट चेक करते हैं, बोथ ऑफ देम आर नॉट गोइंग देयर। देखो ये गलत है, क्यों, क्योंकि नेगेटिव सेंटेंस है, इस करके आप कहांगे नाइदर ऑफ देम इज गोइंग देयर, नाइदर ऑफ देम इज गोइंग देयर। अच्छा, what is used without an antecedent and it refers to things only। अच्छा हुण ये आप थोड़ा जिहा ध्यान नाल देखांगे कि मैं की कह रहा, एक सेंटेंस देखते हैं। देखिए, इट इज़ इनक्रेडिबल what she said, it is incredible what she said। इन्हों आप किस तरह समझिए, देखो मैं दसदा। चलो एक दो वर्ड्स और देखने आप। इतने लिखे, आई डोंट बिलीव इन द वर्ड्स what she
uttered, uttered ਦਾ ਮਤਲਬ ਹੁੰਦਾ ਹੈ speak। ਜੋ ਵੀ ਉਹ ਬੋਲਦੀ ਹੈ ਮੈਂ ਉਹਦੇ ਵਿੱਚ ਬਲੀਵ ਨਹੀਂ ਕਰਦਾ। ਹੁਣ ਇੱਥੇ ਇੰਪੋਰਟੈਂਟ ਇਹ ਹੈ ਕਿ ਮੈਂ ਇੱਥੇ ਵਟ ਯੂਜ਼ ਨਹੀਂ ਕਰਨਾ, ਇੱਥੇ ਮੈਂ ਕੀ ਯੂਜ਼ ਕਰਨਾ ਹੈ ਵਿਚ ਜਾਂ ਫਿਰ ਦੈਟ, ਕਿਉਂਕਿ ਇਹਦੇ ਮੋਹਰੇ ਦੇਖੋ ਮੈਂ ਦੱਸ ਰਿਹਾ ਮੈਂ ਕੀ ਕਹਿ ਰਿਹਾ। ਆਈ ਡੂ ਨਾਟ ਬਿਲੀਵ ਇਨ ਦ ਵਰਡਸ ਵਿਚ ਹੀ uttered ਜਾਂ ਵਿਚ ਹੀ spoke, ਵਿਚ she spoke। ਜੇ ਮੈਂ ਇੱਦਾਂ ਕਹਿੰਦਾ ਆਈ ਡੂ ਨਾਟ believe which she said, ਕੀ ਇਹ ਸਹੀ ਹੈ? I do not believe which she said, which ਨਹੀਂ ਆਣਾ ਇੱਥੇ, which ਦੀ ਜਗ੍ਹਾ ਕੀ ਹੋਣਾ ਹੈ I don't believe what she said। ਇਹਦੇ ਵਟ ਕਿਉਂ ਲਿਖਿਆ? ਕਿਉਂਕਿ ਇਹਦੇ ਤੋਂ ਪਹਿਲਾਂ ਉਹ ਚੀਜ਼ ਨਹੀਂ ਲਿਖੀ ਸੀ ਜਿਹ 'ਚ ਉਹ ਬਿਲੀਵ ਕਰਦਾ। ਜਿਵੇਂ ਕਿ ਆਈ ਡੋਂਟ ਬਿਲੀਵ ਇਨ ਦ ਵਰਡਸ, ਇਹਨੂੰ ਆਪਾਂ ਕਹਿੰਦੇ ਆ ਐਂਟੀਸੀਡੈਂਟ। ਐਂਟੀਸੀਡੈਂਟ ਕੀ ਹੁੰਦਾ ਹੈ? ਪਹਿਲਾਂ ਡਿਫਾਈਨ ਕੀਤਾ ਹੋਇਆ ਨਾਊਨ। ਫॉर एग्जाम्पल ਦੇਖੋ ਮੈਂ ਦੱਸਦਾ, ਲੈਟ ਸਪੋਜ਼ ਤੁਸੀਂ ਇੱਕ ਰੀਡ ਕਰ ਰਹੇ ਹੋ ਇਨਫੋਰਮੇਸ਼ਨ, ਉਹ 'ਚ ਨਾਊਨ ਆਇਆ, ਉਸ ਤੋਂ ਬਾਅਦ ਥੋੜੀ ਇਨਫੋਰਮੇਸ਼ਨ ਬਾਅਦ ਇੱਕ ਪ੍ਰੋਨਾਊਨ ਆ ਗਿਆ। ਕੀ ਆ ਗਿਆ? ਪ੍ਰੋਨਾਊਨ। ਤੇ ਉਹ ਪ੍ਰੋਨਾਊਨ ਉਹ ਤੋਂ ਪਹਿਲਾਂ ਦਿੱਤੇ ਹੋਏ ਨਾਊਨ ਬਾਰੇ ਗੱਲ ਕਰ ਰਿਹਾ ਸੀ, ਤੇ ਉਹ ਜਿਹੜਾ ਉਹ ਤੋਂ ਪਹਿਲਾਂ ਦਿੱਤਾ ਹੋਇਆ ਨਾਊਨ ਹੈ ਉਹ ਉਸ ਪ੍ਰੋਨਾਊਨ ਦਾ ਕੀ ਹੈ? ਐਂਟੀਸੀਡੈਂਟ। ਕੁਝ ਸਮਝ ਆ ਰਿਹਾ ਕਿ ਨਹੀਂ? ਹੁਣ ਜੇ ਤੁਸੀਂ ਕਹੋ ਇੱਥੇ ਵਟ ਮੈਂ ਨਹੀਂ ਲਿਖਿਆ, ਇੱਥੇ ਵਿਚ ਲਿਖਣਾ ਵਿੱਚ, ਕਿਉਂ? ਕਿਉਂਕਿ ਮੇਰੇ ਕੋ ਇਹਦਾ ਐਂਟੀਸੀਡੈਂਟ ਅਵੇਲੇਬਲ ਹੈਗਾ, ਕਿਉਂਕਿ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ? ਵਰਡਸ ਬਾਰੇ। ਹੁਣ ਇੰਪੋਰਟੈਂਟ ਇਹ ਹੈ ਕਿ ਜੇ ਮੈਂ ਇੱਦਾਂ ਲਿਖਾ ਹੀ ਨਾ, ਆਈ ਡੋਂਟ ਬਿਲੀਵ ਇਨ ਦਾ ਵਰਡਸ ਨਾ ਲਿਖਾ, ਮਤਲਬ ਸ਼ਬਦ ਜਿਹੜੇ ਉਹਨੇ ਕਹੇ ਉਹਨਾਂ 'ਚ ਮੈਂ ਮੈਂ ਬਿਲੀਵ ਨਹੀਂ ਕਰਦਾ ਕਿ ਉਹਨੇ ਇੱਦਾਂ ਦੇ ਸ਼ਬਦ ਕਹੇ। ਸੋ ਜੇ ਮੈਂ ਇਹ ਸ਼ਬਦ ਨਾ ਯੂਜ਼ ਕਰਾਂ ਫਿਰ ਕੀ ਲੱਗਣਾ? what she said। ਸੋ ਧਿਆਨ ਰੱਖਣਾ what is used without an antecedent, and ਇਹ ਸਿਰਫ ਥਿੰਗਸ ਲਈ ਹੁੰਦਾ, ਬੰਦਿਆਂ ਲਈ ਨਹੀਂ ਹੁੰਦਾ। ਦੇਖਦੇ ਹਾਂ, ਚੈੱਕ ਕਰਦੇ ਹਾਂ। in it is incredible what she said। ਇੱਥੇ what ਕਿਉਂ ਆਇਆ? ਕਿਉਂਕਿ ਇਹ ਤੋਂ ਪਹਿਲਾਂ incredible ਕੀ ਹੈ? ਉਹ ਚੀਜ਼ ਨਹੀਂ ਦੱਸੀ। I don't believe in what you say, ਆ ਸਹੀ ਹੈ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੈ, ਠੀਕ ਹੈ। ਹੋਰ ਦੇਖ ਲੈਣਾ ਜੇ ਐਗਜ਼ਾਮਪਲ ਹੈਗੀ ਤਾਂ। ਆਈ ਨੋ ਵਿਚ ਯੂ ਸੇ, ਵਾਟ ਇਜ਼। ਅੱਛਾ ਜੇ ਇੱਦਾਂ ਹੁੰਦਾ ਆਈ ਨੋ ਦ ਵਰਡਸ, ਫਿਰ ਤੁਸੀਂ ਵਟ ਨਹੀਂ ਕਹਿੰਦੇ, ਫਿਰ ਪਤਾ ਕੀ ਕਹਿੰਦੇ? ਵਟ, ਸੌਰੀ, ਵਿਚ ਯੂ ਸੈਡ, ਜਾਂ ਵਿਚ ਯੂ ਸੇ, ਜਾਂ ਵਿਚ ਯੂ ਸੈਡ। ਆਈ ਨੋ ਦ ਵਰਡਸ ਵਿਚ ਯੂ ਸੈਡ, that भी हो सकता है that you said, but जे I know which and that फिर नहीं लिखना, फिर ਆਪਾਂ ਕੀ ਲਿਖਣਾ? what you said, I know what you said। ਠੀਕ ਹੈ, I hope ਤੁਹਾਨੂੰ ਕਲੀਅਰ ਹੋ ਗਿਆ। what ਆਪਾਂ ਉਦੋਂ ਯੂਜ਼ ਕਰਾਂਗੇ, which ਜਾਂ that ਯੂਜ਼ ਨਹੀਂ ਕਰਾਂਗੇ ਜਦੋਂ ਉਹਦੇ ਮੋਰੇ ਉਹਦਾ ਐਂਟੀਸੀਡੈਂਟ ਨਾ ਹੋਵੇ, ਬਟ ਉਹ ਰੈਫਰ ਕਿਹਨੂੰ ਕਰਦਾ ਹੋਵੇ? ਥਿੰਗਸ ਨੂੰ, ਕਿਸੇ ਚੀਜ਼ ਨੂੰ। क्या क्लियर हो गया? नेक्स्ट देखते हैं। विच इज यूज्ड इन प्लेस ऑफ हु। हु की जगह ते आपां विच यूज कर लेने। ध्यान रखना, हु आपां पर्सनस लई यूज करते हैं, विच आपां थिंग्स लई यूज करते हैं, बट पर्सन लई आपां हु कदों यूज करिए? जदों आपां चॉइस की गल करिए बिटवीन टू और मोर। किहदी गल करिए? चॉइस की गल करिए। जिवें पुछना होवे इन्हां चों तेरा दोस्त किहड़ा है, चूज करके दसेगा आ वाला, तो फिर मैं हु इज योर फ्रेंड नहीं कहूँगा, विच इज योर फ्रेंड। ठीक है, देखो जो आप एग्जाम्पल लेने हैं, ऑफ द टू सिस्टर्स हु इज द मोर इंटेलिजेंट। ऑफ द टू सिस्टर्स हु इज द मोर इंटेलिजेंट। इतने हु नहीं लिखना, आप लिखना है क्योंकि चूज करके दसना पाएगा कि नहीं। सेकंड, हु इज योर फादर इन द क्राउड। गलत है, कि लिखना पाएगा विच इज योर फादर इन द क्राउड।
who is better of the two dancers in our society? who नहीं, which? ਚੂਜ਼ ਕਰਨ ਦੀ ਗੱਲ ਹੈ ਕਿਉਂਕਿ ਸਾਹਮਣੇ ਹੈ ਦੋਨੋਂ ਹੀ, ਉਹਨਾਂ ਚੋਂ ਚੂਜ਼ ਕਰਕੇ ਦੱਸੋ। ਇੱਥੇ ਵੀ ਆਪਾਂ ਨੂੰ ਦਾ ਲਿਖਣਾ ਪਏਗਾ, ਹੂ ਇਜ਼ ਦ ਬੈਟਰ ਆਫ ਟੂ ਡਾਂਸਰਸ। ਇੱਥੇ ਮੈਂ ਤੁਹਾਨੂੰ ਦੱਸੂਗਾ ਕਿ ਕਿਸ ਕੇਸ ਦੇ ਵਿੱਚ ਸਾਨੂੰ ਦ ਲਿਖਣਾ ਪੈਂਦਾ ਹੈ। ਤੋ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ, ਜਦੋਂ ਮੈਂ ਇੱਦਾਂ ਲਿਖਾਂ ਰਾਮ ਇਜ਼ ਵਾਈਜ਼ਰ ਦੈਨ ਸ਼ਾਮ, ਇੱਦਾਂ ਲਿਖਦੇ ਹਾਂ ਆਪਾਂ, ਰਾਮ ਇਜ਼ ਵਾਈਜ਼ਰ ਦੈਨ ਸ਼ਾਮ, ਠੀਕ ਹੈ। ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਮੈਂ ਇੱਥੇ ਦਾ ਲਿਖਿਆ, ਰਾਮ ਇਜ਼ ਦਾ ਵਾਈਜ਼ਰ ਦੈਨ ਸ਼ਾਮ, ਨਹੀਂ ਲਿਖਾਂਗੇ, ਠੀਕ ਹੈ। ਬਟ ਇੱਥੇ ਧਿਆਨ ਰੱਖਣਾ ਹੈ, ਜੇ ਮੈਂ ਵਾਈਜ਼ਰ ਤੋਂ ਬਾਅਦ ਦੈਨ ਨਾ ਲਿਖ ਕੇ ਆਫ ਲਿਖਾਂ, ਨਹੀਂ, ਵਾਈਜ਼ਰ ਦੇ ਬਾਅਦ ਕੀ ਲਿਖਾ, ਆਫ ਦ ਸ਼ਾਮ ਨਹੀਂ, ਆਫ ਦ ਟੂ ਬ੍ਰਦਰਸ ਲੈਟਸ ਸਪੋਜ਼, ठीक है। सो who is the wiser of the two brothers? ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ ਵਾਈਜ਼ਰ ਆਫ ਜਦੋਂ ਮੈਂ ਲਿਖਾਂ ਤੇ ਜਿਨ੍ਹਾਂ ਦੋਨਾਂ ਦੇ ਵਿੱਚ ਕੰਪੈਰੀਜ਼ਨ ਹੋਣਾ ਹੈ ਉਹ ਦੋਨੋਂ ਹੀ ਪਿੱਛੇ ਹੁੰਦੇ। ਇੱਕ ਚੀਜ਼ ਇਹ ਯਾਦ ਰੱਖਣੀ ਹੈ, ਜਦੋਂ ਮੈਂ ਇੱਦਾਂ ਦੈਨ ਲਿਖਾਂ ਵਾਈਜ਼ਰ ਦੈਨ, ਇੱਕ ਬੰਦਾ ਅੱਗੇ ਹੋਏਗਾ ਦੂਸਰਾ ਬੰਦਾ ਪਿੱਛੇ ਹੋਏਗਾ। ਸਭ ਤੋਂ ਪਹਿਲਾਂ ਇਹ ਸਮਝੋ, which, ਠੀਕ ਹੈ। ਸੋ ਇੱਕ ਚੀਜ਼ ਇਹ ਧਿਆਨ ਰੱਖਣੀ ਹੈ, ਜਦੋਂ ਆਪਾਂ ਵਾਈਜ਼ਰ ਦੈਨ ਇੱਦਾਂ ਲਿਖਾਂਗੇ ਇੱਕ ਬੰਦਾ ਅੱਗੇ ਹੋਏਗਾ ਕਿ ਇੱਕ ਬੰਦਾ ਪਿੱਛੇ ਹੋਏਗਾ। ਤੇ ਜਦੋਂ ਆਪਾਂ ਇਸ ਤਰ੍ਹਾਂ ਗੱਲ ਕਰਨੀ ਹੈ, ਠੀਕ ਹੈ, ਵਿਚ ਇਜ਼ ਦਾ ਵਾਈਜ਼ਰ ਆਫ ਦਾ ਟੂ ਬ੍ਰਦਰਸ, ਸੋ ਧਿਆਨ ਰੱਖਣਾ ਹੈ ਇੱਥੇ ਆਪਾਂ ਦੈਨ ਨਹੀਂ ਲਿਖਿਆ, ਕੀ ਲਿਖਿਆ, ਆਫ, ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਆ ਉਹ ਕਿੱਥੇ ਹੈ, ਪਿੱਛੇ ਹੈ। ਆ ਦੇਖ ਲਓ, ਵਿਚ ਇਜ਼ ਦਾ ਬੈਟਰ ਆਫ ਦਾ ਟੂ ਡਾਂਸਰਸ, ਇੱਥੇ ਟੂ ਡਾਂਸਰਸ ਦੋਨੋਂ ਪਿੱਛੇ, ਆਪਾਂ ਇੱਦਾਂ ਥੋੜ੍ਹੀ ਲਿਖਿਆ one is better than other, ਇੱਦਾਂ ਤਾਂ ਲਿਖਿਆ ਨਹੀਂ ਹੈ। ਠੀਕ ਹੈ, better of the, ਸੋ ਜਾਂ ਇੱਕ ਸਿੰਪਲ ਟਰਮ ਹੈ, ਧਿਆਨ ਰੱਖਣਾ, ਵਾਈਜ਼ਰ ਆਫ, ਬੈਟਰ ਆਫ, ਠੀਕ ਹੈ। ਕੰਪੈਰੇਟਿਵ ਡਿਗਰੀ ਦੇ ਨਾਲ ਜਦੋਂ ਆਫ ਆ ਜਾਏ ਤੇ ਉਹ ਤੋਂ ਪਹਿਲਾਂ ਹਮੇਸ਼ਾ ਆਪਾਂ ਨੂੰ ਕੀ ਲਿਖਣਾ ਪੈਂਦਾ, ਦਾ। ਕਦੋਂ ਨਹੀਂ ਲਿਖਣਾ, ਜਦੋਂ ਬਾਅਦ ਚ ਕੀ ਲਿਖਿਆ ਹੋਇਆ, ਦੈਨ। ਈਜ਼ੀ ਹੈ, ਚੇਤੇ ਰਹੇਗਾ। नेक्स्ट चेक करिए। If there is a comparison between two nominative cases, then the pronoun of the nominative case is used after as या then. Example लिखते हैं, she is as fast as me. She is as fast as me. She is as fast as I. ਇੱਥੇ ਤੁਸੀਂ ਇਹਨੂੰ ਇਦਾਂ ਵੀ ਸਮਝ ਸਕਦੇ ਹੋ ਕਿ ਅੱਛਾ she ਫਾਸਟ ਹੈ, ਲੜਕੀ ਫਾਸਟ ਹੈ ਕਿ ਨਹੀਂ, ਤੇ ਮੈਂ ਵੀ ਫਾਸਟ ਹੈ। ਧਿਆਨ ਰੱਖਣਾ ਹੈ ਇੱਥੇ ਦੋਨਾਂ ਦੇ ਵਿੱਚ ਜਿਹੜਾ ਕੰਪੈਰੀਜ਼ਨ ਹੋ ਰਿਹਾ ਹੈ ਤੇ ਇਹ ਦੋਨੋਂ ਸੇਮ ਪੋਜੀਸ਼ਨ ਤੇ ਹੋਣੇ ਚਾਹੀਦੇ ਆ। ਕਿਹੜੀ ਪੋਜੀਸ਼ਨ ਤੇ, ਸੇਮ। ਤੇ ਜੇ ਦੋਨੋਂ ਸਬਜੈਕਟ ਹੈ ਤੇ ਦੋਨੋਂ ਹੀ ਸਬਜੈਕਟ ਕੇਸ, ਤੇ ਜੋ ਦੋਨੋਂ ਆਬਜੈਕਟ ਹੈ ਤੇ ਦੋਨੋਂ ਹੀ ऑब्जेक्ट केस। देखो और देखते हैं, लिखे है ही रन्स फास्टर देन हर। क्या गया, शी। ठीक है, समझ पा रहे थे। नेक्स्ट देखते हैं, आई नो हर एज मच एज हिम। आ समझ पा रहे हो, आई नो हर एज मच एज हिम। की करांगे थे, ये सही है।
मैं दसदा क्यों। ਇਹ 'ਚ मैं दो ਕਿਹੜੇ ਚੀਜ਼ਾਂ ਦਾ ਕੰਪੈਰੀਜ਼ਨ ਕਰ ਰਿਹਾ, मैं अपना ਕਿਸੇ ਦੇ ਨਾਲ ਕਰਦਾ ਹੀ ਨਹੀਂ। मैं ਕਿਹਦਾ ਕਰ ਰਿਹਾ, ਉਸ ਲੜਕੀ ਦਾ ਤੇ ਉਸ ਲੜਕੇ ਦਾ, ਮਤਲਬ ਉਹਨਾਂ ਦੋਨਾਂ ਦਾ। ਮਤਲਬ ਮੈਂ ਦੋ ਆਬਜੈਕਟਸ ਦੇ ਵਿੱਚ ਗੱਲ ਕਰ ਰਿਹਾ, ਮਤਲਬ ਮੈਂ ਉਸ ਲੜਕੀ ਨੂੰ ਵੀ ਜਾਣਦਾ ਤੇ ਮੈਂ ਉਸ ਲੜਕੇ ਨੂੰ ਵੀ ਜਾਣਦਾ। ਇਹਦਾ ਦੋ ਜੇ ਸੈਪਰੇਟ ਸੈਂਟੈਂਸ ਬਣਾਉਣੇ ਹੋਣ ਤਾਂ ਮੈਂ ਤਾਂ ਇੱਦਾਂ ਹੀ ਕਹੂੰਗਾ ਨਾ, ਆਈ ਨੋ ਹਰ, ਆਈ ਨੋ ਹਿਮ। ਬਟ ਮੈਂ ਜਿੰਨਾ ਉਹਨੂੰ ਜਾਣਦਾ ਉਹਨੇ ਉਹਨੂੰ ਜਾਣਦਾ। ਸੋ ਦੈਟ ਮੀਨਸ ਇੱਥੇ ਜਿਹੜੇ ਦੋ ਚੀਜ਼ਾਂ 'ਚ ਕੰਪੈਰੀਜ਼ਨ ਕਰ ਰਿਹਾ ਨਾ, ਐਜ਼ ਮਚ ਐਜ਼ ਫਾਸਟ ਐਜ਼, ਉਹ ਐਕਚੁਅਲੀ ਦੋਨੋਂ ਹੀ ਕਿਹਦਾ ਪਾਰਟ ਹੈ, ਆਬਜੈਕਟ ਦਾ। ਸਬਜੈਕਟ ਥੋੜੀ ਹੈ। ਮੈਂ ਆਪਣੇ ਨਾਲ ਨਹੀਂ ਕੰਪੈਰੀਜ਼ਨ ਕਰਦਾ, ਮੈਂ ਤਾਂ ਉਹਨਾਂ ਦੋਨਾਂ ਦਾ ਕੰਪੈਰੀਜ਼ਨ ਕਰ। ਨਹੀਂ ਸਮਝ ਆਇਆ ਇਹ? आ गया? ठीक। नेक्स्ट चेक करिए। अच्छा देख लो, एक बार चेक कर लो। लास्ट सेंटेंस मीन्स आई नो हर एज मच एज आई नो हिम। आ दो सेंटेंस हो गए, मैं उन्होंने भी जानता तो मैं उन्होंने भी जानता। इनू तुसीं इदां लिख सकते हो, ये सही है। जिन्होंने इकट्ठा करना है तो ध्यान रखना है एज मच एज इधर रहेगा, आई नो इनू तुसीं इकट्ठा कर दिता। सो आपां की करांगे, सो इन्हां चों आ दो की कर लिया आपां कॉमन, ठीक है। इनू इकट्ठा लिखा आई नो हर एज मच एज हिम, सही है, ठीक है। इन्हां चों पूछ लो जो कुछ पूछना है तो। आ समझ पा रहे हो? इत्थे जिहड़ा कंपैरिजन है ना, जिहड़ा कंपैरिजन होंदा है हमेशा बराबर दी चीज़ च होंदा है। अच्छा जे मैं इदां लिखा तुहानूं समझ आंदा है, राम इज better than chair। की मतलब है? कुछ मतलब नहीं है। मैं केदा कंपैरिजन के ना कर रहा, कोई मतलब ही नहीं। बंदे दा बंदे नाल, चीज़ दा चीज़ दे नाल कंपैरिजन होंदा है, बंदे दा चीज़ नाल थोड़ी कंपैरिजन होंदा है। आ समझ पा रहे हो? ये दोनों जिहड़ियां चीज़ां ना, ये सेम काइंड ऑफ पैरलल होनियां चाहिए। मतलब जो परसन है तो परसन, थिंग है तो थिंग। तो अच्छा वो भी ये ध्यान रखना कि आप किहदे विच कंपैरिजन करते हैं तो उन्होंने स्टेटस भी सेम होना चाहिए। फॉर एग्जाम्पल जो शी है तो इत्थे भी की होना चाहिए फिर आई, या फिर जो दूसरे थर्ड परसन की गल करते हैं तो की होना चाहिए सेम सब्जेक्ट सेम ऑब्जेक्ट। जो ऑब्जेक्ट है तो ऑब्जेक्ट। आई होप समझ आ गया। इक्वालिटी तो आप मैं कर सकता ना गल, ठीक है। नैक्सट देखते हैं यूज ऑफ इट। ये भी थोड़ा जिहा कई बार ना स्टूडेंट्स को कन्फ्यूजन होंदी है कि इट आप यूज कित्थे करीदा। देखो पहली चीज़, नॉन लिविंग थिंग्स लिए आप यूज करते हैं इट। एनिमल्स, इनफेंट ते इंसैक्ट्स वेयर इन प्लूरल फॉर्म दे विल बी यूज्ड। ध्यान रखना इट दा प्लूरल भी आप लिखांगे दे। सिंगुलर होंदा ही, शी, इट, बट जिहड़ा प्लूरल होंदा सिर्फ तो सिर्फ की होंदा दे। ही दा भी दे, शी दा भी दे ते इट दा भी दे। हुण सब तो पहले ध्यान रखना है, नॉन लिविंग थिंग्स हो गए, एनिमल्स हो गए, इनफेंट हो गया। इनफेंट पता की होंदा है? जिहड़ा 6 मंथ तक दी उम्र दा होवे, जिहदी एज किन्ने तक होवे 6 मंथ्स। जे तो 6 मंथ्स या 6 मंथ्स तो छोटा है तो उन्होंने आप इनफेंट कहने हैं। जे 6 मंथ्स तो बड़ा हो गया वो चाइल्ड हो जाएगा, चाइल्ड, ठीक है। सो हुण जो आप इनफेंट की गल करिए, सो ध्यान रखना उत्थे आप फिर मेल फीमेल जेंडर नूं कंसीडर नहीं करते, इस करके आप उहदी जगह की लिख दिंदे इट। ते एनीमल्स है जिन्ने भी उत्थे भी मेल फीमेल जेंडर ना कंसीडर करके आप उत्थे की लिख दिंदे इट। आ समझ पा रहे हो कि नहीं? ठीक है। नॉन लिविंग थिंग लिए तो इट आएगा। सिचुएशन होवे तां भी इट आ जाता है, टाइम दे लिए इट आ जाता है, ठीक है। देखो फ्रांस इज ए डेवलप्ड कंट्री, इट इज ए फुली एफिशिएंट in all terms। सो इत्थे आपां फ्रांस दे लई की लिखिआ इट। नैक्सट देखते हैं वसंत कुंज एंड साकेत, ये दो चीज़ें सिटीज़ है, आर डेवलप्ड कॉलोनीज ऑफ दिल्ली, दे आर फेसिंग वाटर क्राइसिस। हुण इत्थे इट नहीं लिखिआ, आपां की लिखिआ दे। दो मिनट, इत्थे आपां थोड़े चेंजेस करने सी, इत्थे ए नहीं आना क्योंकि आपां इत्थे
ठीक है, इट इज़ फुली एफिशिएंट इन ऑल टर्म्स। ਜੇ ਆਪਾਂ ਇੱਥੇ A ਲਿਖੀਏ ਨਾ ਤਾਂ ਆਪਾਂ ਨੂੰ ਇੱਥੇ ਫੁੱਲੀ ਐਫੀਸ਼ੀਐਂਟ ਕੰਟਰੀ ਲਿਖਣਾ ਪਏਗਾ। ਮੈਂ ਦੱਸ ਦਿੰਦਾ ਮੈਂ ਕਿਉਂ। ਮੈਂ ਕਹਾਂ ਰਾਮ ਇਜ਼ ਓਨੈਸਟ, ਇਹ ਸਮਝ ਆਉਂਦਾ ਹੈ? ਜੇ ਮੈਂ ਇੱਦਾਂ ਲਿਖਦਾ ਨਾ ਰਾਮ ਇਜ਼ ਐਨ ਓਨੈਸਟ, ਇਹ ਗਲਤ ਹੋ ਗਿਆ। ਮੈਨੂੰ ਪਿੱਛੇ ਕੀ ਲਿਖਣਾ ਪਏਗਾ? ਬॉय ਜਾਂ मैन। बिल्कुल सही, समझ पा रहे हो कि नहीं? क्योंकि जे मैं आर्टिकल लिखदा ना, जे मैं आर्टिकल ना लिखा फिर ठीक है जी, पिछे एडजेक्टिव आ गया जिन्होंने कॉम्प्लीमेंट करांगे। बट जे मैं इत्थे आर्टिकल लिखदा तो मैनूं नाउन लिखना पएगा। कि लिखना पएगा? नाउन। ते ऑनेस्ट नाउन नहीं हुंदा, एडजेक्टिव हुंदा है। इस करके मैनूं इत्थे की लिखना पएगा? कुछ समझ पाए कि नहीं मैं की कह रहा? ओके, नेक्स्ट ध्यान देना है। नेक्स्ट कहने आपां आ क्लियर हो गया? इत्थे क्या है दे। नेक्स्ट की है, it is used to point out time, weather, temperature, distance or any other natural event। जिवें it is summer, ठीक है, किहदे लई यूज किया गया? वेदर दे लई। it is 8 o'clock की हो गया जी? टाइम। सो पॉइंट आउट करना है, टाइम करना है, टेम्परेचर करना है, वेदर, डिस्टेंस और एनी अदर नेचुरल इवेंट। ठीक है, इट इज़ जुलाई, मंथ हो गया। ठीक है, इट इज़ आफ्टरनून,